Hello students, welcome to this presentation. In this presentation we shall take up the method of writing a CV, and we shall also take up a few points that we need to write, that we need to keep in mind while writing a very impressive CV. First of all, let's understand what is the meaning of word CV, right? CV is an abbreviation. Abbreviation means chota roop hai of a word curriculum vitae, which is a Latin word. CV, as per the dictionary, is a short written description of your education qualifications, previous job experiences, and sometimes even your personal interests that you send to an employer when you are trying to get a job, right? So ਜਦੋਂ ਕੋਈ ਇਨਸਾਨ ਨੌਕਰੀ ਲੈਣ ਦੇ ਲਈ ਆਪਣੇ employer ਨੂੰ ਆਪਣੇ ਬਾਰੇ ਇੱਕ ਸੰਖੇਪ ਵਿੱਚ ਲਿਖਤੀ ਰੂਪ ਵਿੱਚ description ਜਾਂ ਆਪਣਾ ਵੇਰਵਾ ਦਿੰਦਾ ਹੈ, ਜਿਸ ਦੇ ਵਿੱਚ ਉਹ ਆਪਣੀ ਸਿੱਖਿਅਕ ਯੋਗਤਾਵਾਂ, ਆਪਣੀ ਪੁਰਾਣੀ ਜੌਬ ਦੇ ਐਕਸਪੀਰੀਐਂਸਿਸ ਜਾਂ ਜੋ ਪੁਰਾਣੀ ਜੌਬ ਦੇ ਵਿੱਚ ਉਸਨੇ ਕੀਤਾ ਹੈ ਉਸਨੂੰ ਸ਼ਾਮਿਲ ਕਰਦਾ ਹੈ. ਦੈਟ ਇਜ਼ ਕਾਲਡ CV. Many times it may also contain your personal interest. कई बार उसमें आप अपने निजी रुचियाँ का भी वर्णन करते हैं. एंड वाई देन दिस इज़ नॉट कंपलसरी. ज़रूरी नहीं है कि हर CV ਦੇ ਵਿੱਚ ਆਪਣੀ ਨਿੱਜੀ ਜੋ ਰੁਚੀਆਂ ਨੇ ਉਹਨਾਂ ਨੂੰ ਲਿਖਿਆ ਜਾਵੇ. ਕੇਵਲ ਜਿਸ ਸਮੇਂ ਸਾਡੀ ਜੌਬ ਉਹਨਾਂ ਰੁਚੀਆਂ ਦੇ ਨਾਲ ਸੰਬੰਧਿਤ ਹੋਵੇ. ਫॉर एग्जांपल इफ यू आर अप्लाइंग फॉर अ जर्नलिस्ट जॉब एंड फोटोग्राफी इज़ योर इंटरेस्ट एरिया or your hobby, then obviously that will help you in your journalism job. So then you can mention those interest areas. Similarly, if you are applying for a teaching job and spending times with kids is your hobby, then obviously this will help you as a teacher. So then you can mention those personal interest. Otherwise आप अपनी निजी रुचियाँ का वेरवा उस विच नहीं देंगे, because many times they have nothing to do with our job, right? सो CV ਦੇ ਨਾਲ ਕਾਫੀ ਰਲਦਾ ਸ਼ਬਦ ਜੋ ਯੂਜ਼ ਕੀਤਾ ਜਾਂਦਾ ਅਕਸਰ, ਦੈਟ ਇਜ਼ ਰਿਜ਼ਿਊਮੇ, ਜਿਹਨੂੰ ਆਪਾਂ ਕਈ ਵਾਰ ਇੰਟਰਚੇਂਜੇਬਲੀ ਵੀ ਯੂਜ਼ ਕਰਦੇ ਹਾਂ. ਇੰਟਰਚੇਂਜੇਬਲੀ ਮੀਨਸ ਇੱਕ ਦੂਜੇ ਦੀ ਜਗ੍ਹਾ 'ਤੇ ਵੀ ਵਰਤਿਆ ਜਾਂਦਾ, ਬਟ ਇਹਨਾਂ ਦੋਨੋਂ ਸ਼ਬਦਾਂ ਦੇ ਵਿੱਚ ਬੇਸਿਕ ਅਰਥ ਜਾਂ ਡਿਫਰੈਂਸਿਸ ਦੋਨਾਂ ਦੇ ਵਿੱਚ ਕੀ ਹੈ. ਸੋ ਵੈਨ ਯੂ ਟਾਕ ਆਫ ਦੀ ਡਿਫਰੈਂਸਿਸ ਬਿਟਵੀਨ ਦ ਟੂ, CV is more comprehensive unlike resume which is more concise. So CV is a more detailed information. ਉਸ ਦੇ ਵਿੱਚ ਜ਼ਿਆਦਾ ਵਿਸਥਾਰ ਵਿੱਚ ਜਿਹੜੀ ਕਿਸੇ ਇਨਸਾਨ ਦੀ ਡਿਸਕ੍ਰਿਪਸ਼ਨ ਦਿੱਤੀ ਜਾਂਦੀ ਹੈ, ਜਦੋਂ ਕਿ ਰਿਜ਼ਿਊਮੇ ਕਾਫੀ ਸੰਖੇਪ ਵਿੱਚ ਜਾਂ ਇੱਕ ਸਪਸ਼ਟ ਛੋਟੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ. CV carries academic information while resume carries non-academic information. So many times ਜਿਹੜੀ ਅਕਾਦਮਿਕ ਯੋਗਤਾਵਾਂ ਨੇ ਉਹਨਾਂ ਦਾ ਵਰਣਨ CV ਵਿੱਚ ਕੀਤਾ ਜਾਂਦਾ ਹੈ, ਬਟ ਰਿਜ਼ਿਊਮੇ ਦੇ ਵਿੱਚ ਅਕਾਦਮਿਕ ਦੇ ਨਾਲ ਗੈਰ ਅਕਾਦਮਿਕ, ਜਿਵੇਂ ਆਪਾਂ ਇੰਟਰਸਟ ਏਰੀਆਜ਼ ਕੀਤੇ ਆ, ਹੌਬੀਜ਼ ਕੀਤੀਆਂ ਨੇ, ਪਰਸਨਲ ਏਰੀਆਜ਼ ਹੈ, ਤੁਹਾਡੇ ਕਲਚਰਲ ਬੈਕਗਰਾਉਂਡ ਹੈ, ਉਹ ਚੀਜ਼ਾਂ ਵੀ ਤੁਸੀਂ ਐਡ ਕਰ ਸਕਦੇ ਹੋ ਵਿਚ ਆਰ ਨਾਟ ਐਡਡ ਇਨਟੂ your academic in your CV, right? Why it is not added? Because CV generally academic positions ਲਈ use ਕੀਤਾ ਜਾਂਦਾ ਹੈ. Many times when you apply for a academic job or you apply for a kind of a fellowship, scholarship, ਤਾਂ ਆਪਾਂ CV ਪੇਸ਼ ਕਰਦੇ ਹਾਂ. ਬਟ ਜਦੋਂ ਅਸੀਂ ਕਿਸੇ ਨੋਨ ਅਕੈਡਮਿਕ ਪਰਪਸ ਦੇ ਲਈ ਆਪਣਾ ਡਿਸਕ੍ਰਿਪਸ਼ਨ ਦੇਣੀ ਹੈ ਜਾਂ ਸਪੈਸੀਫਿਕਲੀ ਕਿਸੇ ਜੌਬ ਦੇ ਲਈ ਹੀ ਦੇਣੀ ਹੈ, ਦੈਨ ਵੀ ਰਾਈਟ ਅ ਰਿਜ਼ਿਊਮੇ. ਇਸੇ ਕਰਕੇ ਰਿਜ਼ਿਊਮੇ ਜਿਹੜਾ ਕਈ ਵਾਰ ਜੌਬ ਦੇ ਅਨੁਸਾਰ ਬਦਲਿਆ ਵੀ ਜਾਂਦਾ, ਜਿਸ ਤਰ੍ਹਾਂ ਜੌਬ ਦੀਆਂ ਰਿਕੁਆਇਰਮੈਂਟਸ ਵਿੱਚ ਜੇ ਕੋਈ ਖਾਸ ਉਪਯੋਗਤਾ ਚਾਹੀਦੀ ਹੈ ਜਾਂ ਖਾਸ ਕੋਈ ਯੋਗਤਾ ਚਾਹੀਦੀ ਹੈ, ਉਹਨੂੰ ਤੁਸੀਂ ਐਡ ਕਰ ਲੈਂਦੇ ਹੋ ਇਨ ਰਿਜ਼ਿਊਮੇ. ਸੋ CV ਜਨਰਲੀ ਬੰਦੇ ਦਾ ਸੇਮ ਰਹਿੰਦਾ, ਈਵਨ ਇਫ ਹੀ ਇਜ਼ ਯੂਜ਼ਿੰਗ ਇਟ ਐਟ ਡਿਫਰੈਂਟ ਪਲੇਸਿਸ, ਰਾਈਟ? CV ਦੇ ਅਤੇ ਰਿਜ਼ਿਊਮੇ ਦੇ ਵਿੱਚ ਇੱਕ ਕਾਫੀ ਇੰਪੋਰਟੈਂਟ ਡਿਫਰੈਂਸ ਹੈ ਕਿ ਉਸਦੇ CV ਦੇ ਵਿੱਚ ਰੈਫਰੈਂਸਿਸ ਦਿੱਤੇ ਜਾਂਦੇ ਨੇ ਨਾ. ਵਾਟ ਆਰ ਰੈਫਰੈਂਸਿਸ? ਰੈਫਰੈਂਸਿਸ ਜਨਰਲੀ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਤੋਂ ਸਾਡੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ. ਸੋ ਮੈਨੀ ਟਾਈਮ ਜਦੋਂ ਅਸੀਂ ਆਪਣੀ ਕੋਈ ਜੌਬ ਕੀਤੀ ਹੋਈ ਆਲਰੇਡੀ, ਤਾਂ ਸਾਡੇ ਜੌਬ ਦੇ ਸੁਪਰਵਾਈਜ਼ਰ ਜਾਂ ਸਾਡੇ ਜੌਬ ਦੇ ਹੈੱਡ ਹੋਏ, ਜਾਂ ਜੇ ਤੁਸੀਂ ਕੋਈ ਰਿਸਰਚ ਵਰਕ ਕੀਤਾ ਚਾਹੇ ਆਪਣੀ MSc ਵਿੱਚ ਜਾਂ PhD ਵਿੱਚ, ਤਾਂ ਜਿਹੜੇ ਸਾਡੇ ਰਿਸਰਚ ਗਾਈਡ ਨੇ ਉਹ ਸਾਡਾ ਰੈਫਰੈਂਸ ਬਣ ਜਾਂਦੇ ਨੇ, ਕਿਉਂਕਿ ਤੁਹਾਡੀ ਸ਼ਖਸੀਅਤ ਦਾ ਬਾਰੇ, ਤੁਹਾਡੇ ਕੰਮ ਕਰਨ ਦੀ ਕਪੈਸਿਟੀ ਬਾਰੇ, ਤੁਹਾਡੀ ਕੁਆਲਿਟੀਜ਼ ਬਾਰੇ ਇੰਪਲੋਇਰ ਨੂੰ ਦੱਸ ਸਕਦੇ ਨੇ, ਰਾਈਟ? ਰੈਫਰੈਂਸਿਸ ਕਦੇ ਵੀ ਸਾਡੇ ਬਲੱਡ ਰਿਲੇਸ਼ਨ ਨਹੀਂ ਹੋਣੇ ਚਾਹੀਦੇ. ਰੈਫਰੈਂਸਿਸ ਰਿਜ਼ਿਊਮੇ ਦੇ ਵਿੱਚ ਨਹੀਂ ਲਿਖੇ ਜਾਂਦੇ, ਰਾਈਟ? ਸੋ ਦਿਸ ਇਜ਼ ਦੀ ਬੇਸਿਕ ਡਿਫਰੈਂਸ ਬਿਟਵੀਨ ਬੋਥ ਆਫ ਦੈਮ. ਪਰ ਐਸ ਸੱਚ ਜੋ ਸਿਮਿਲੈਰਿਟੀ ਹੈ ਉਹ ਇਹ ਹੈ ਕਿ ਦੋਨੋਂ ਇੱਕ ਇਨਸਾਨ ਦੀ ਜੋ ਵਿਸ਼ੇਸ਼ਤਾਵਾਂ ਨੇ ਜਾਂ ਕੁਆਲੀਫਿਕੇਸ਼ਨਸ ਨੇ ਜਾਂ ਕੁਆਲਿਟੀਜ਼ ਨੇ ਉਹਨੂੰ ਡਿਪਿਕਟ ਕਰਦੇ ਆ, ਰਾਈਟ? ਆਈ ਹੋਪ ਦ ਮੀਨਿੰਗ ਇਜ਼ ਕਲੀਅਰ. ਨਾਓ ਰਿਮੈਂਬਰ ਵੈਨ ਯੂ ਰਾਈਟ ਅ CV ਲਿਖਣ ਸਮੇਂ ਕਿੰਨੀਆਂ ਗੱਲਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ. ਸਭ ਤੋਂ ਪਹਿਲੀ ਗੱਲ ਹੈ, ਦ CV ਸ਼ੁੱਡ ਮੈਚ ਦੀ ਜੌਬ ਐਕਸਪੈਕਟੇਸ਼ਨਸ. Update your CV and include competencies the job demands from you, right? So ਜਿਹੜਾ CV ਹੈ ਕਿਸੇ ਵੀ ਇਨਸਾਨ ਦਾ ਉਹਦੀਆਂ ਜੌਬ ਐਕਸਪੈਕਟੇਸ਼ਨਸ ਦੇ ਨਾਲ ਮੈਚ ਕਰਨਾ ਚਾਹੀਦਾ ਨਾ. what are job expectations? If you have a look at this slide, now this is a few advertisements ਨੇ ਜੋ ਆਪਾਂ ਇੱਥੇ put up ਕੀਤੀਆਂ ਨੇ. If we see to the first advertisement which says now suppose this, what do they expect? They want an experienced lady teacher, right? So this is the first job expectation ਜੋ ਇਸ ਇੰਪਲੋਇਰ ਨੇ ਪੁੱਟ ਅਪ ਕੀਤੀ ਹੈ ਕਿ ਇਨਸਾਨ ਤਜਰਬੇਕਾਰ ਹੋਵੇ ਅਤੇ ਇੱਕ ਲੇਡੀ ਟੀਚਰ ਹੋਵੇ, ਰਾਈਟ? ਸੈਕਿੰਡ ਜੌਬ ਐਕਸਪੈਕਟੇਸ਼ਨ ਹੈ ਉਸਦੇ ਵਿੱਚ ਐਕਸੀਲੈਂਟ ਇੰਗਲਿਸ਼ ਸਕਿੱਲਸ ਹੋਣੇ ਚਾਹੀਦੇ ਨੇ, ਇੰਗਲਿਸ਼ ਸਪੀਕਿੰਗ ਵਧੀਆ ਹੋਣੀ ਚਾਹੀਦੀ ਹੈ. ਥਰਡ ਕੀ ਹੈ ਕਿ ਉਹ ਹੋਮ ਸਕੂਲਿੰਗ ਦੇਣ ਲਈ ਤਿਆਰ ਹੋਵੇ, ਘਰੇ ਪੜ੍ਹਾਵੇ. 3 ਚਿਲਡਰਨ, 3 ਬੱਚਿਆਂ ਨੂੰ ਪੜ੍ਹਾ ਸਕਦਾ ਹੋਵੇ.
बाद दे विच पढ़ाना है, राइट. सो दीज आर 4 काइंड ऑफ या 1 2 3 4 जॉब एक्सपेक्टेशंस दैट हैव बीन पुट अप, राइट. सो व्हेन if I apply for this job and I present my CV for the same, तो मेरे CV ਦੇ ਵਿੱਚ ਇਹ 4 ਜਿਹੜੀਆਂ ਜੌਬ ਐਕਸਪੈਕਟੇਸ਼ਨਸ ਹੈ ਉਹਦੀ ਕੋਈ ਨਾ ਕੋਈ ਰਿਫਲੈਕਸ਼ਨ ਹੋਣੀ ਚਾਹੀਦੀ ਹੈ. ਇੰਪਲੋਇਰ ਨੂੰ ਲੱਗਣਾ ਚਾਹੀਦਾ ਕਿ ਜੋ ਮੈਂ ਆਸ ਕੀਤੀ ਸੀ ਉਹ ਆਸ ਇਸ ਕੈਂਡੀਡੇਟ ਦੇ ਵਿੱਚ ਫੁੱਲਫਿਲ ਹੁੰਦੀਆਂ ਨੇ, ਰਾਈਟ. Similarly, if we take up the second job advertisement which says कि this is about a teacher जो किसी स्कूल दे which they want the school which is based on ideology of imparting quality modern education rooted in Islamic tradition. So obviously if they want Islamic traditions to be put up ਤਾਂ ਜਿਹੜਾ candidate ਹੋਏਗਾ ਉਸਨੂੰ Islamic knowledge ਹੋਣੀ ਚਾਹੀਦੀ ਹੈ, right. At the same time ਉਸਨੂੰ modern technology ਬਾਰੇ ਵੀ ਪਤਾ ਹੋਣਾ ਚਾਹੀਦਾ ਹੈ. Then they want highly motivated and passionate individuals. So जो ਤੁਸੀਂ ਆਪਣੇ goal objectives ਲਿਖਦਾ ਹੈ ਇਨਸਾਨ ਜੇ ਇਸ ਪੋਸਟ ਲਈ ਅਪਲਾਈ ਕਰ ਰਿਹਾ ਉਸ ਦੇ ਵਿੱਚੋਂ ਮੈਂਸ਼ਨ ਕਰ ਸਕਦਾ ਕਿ ਆਈ ਐਮ ਹਾਈਲੀ ਮੋਟੀਵੇਟਡ ਐਂਡ ਆਈ ਐਮ ਪੈਸ਼ਨੇਟ ਅਬਾਊਟ ਮਾਈ ਜੌਬ, ਜੋ ਜਿਹਦਾ ਤੁਸੀਂ ਰੈਫਰੈਂਸ ਵੀ ਦੇ ਸਕਦੇ ਹੋ ਆਪਣੀ ਪਿਛਲੀ ਜੌਬ ਦੇ ਕਿਸੇ ਐਕਸਪੀਰੀਅੰਸ ਦੇ ਨਾਲ, ਰਾਈਟ. Similarly, if we look at the third advertisement which says it is unqualified teacher. So now see ਇਹਦੇ ਵਿੱਚ B.Ed ਹੋਣਾ ਜਾਂ ਟੀਚਰ ਕੁਆਲੀਫਿਕੇਸ਼ਨ ਹੋਣਾ ਜ਼ਰੂਰੀ ਨਹੀਂ ਹੈ. They want a teacher but the teacher ਜ਼ਰੂਰੀ ਨਹੀਂ ਕਿ ਕੁਆਲੀਫਾਈਡ ਹੋਵੇ, but they want टीचर जो की होवे रिफ्लैक्टिव होवे एंथुसियास्टिक होवे, राइट. सो एस्पायरिंग होवे जिहदे अंदर कोई इच्छा होवे कुछ करन दी अपनी अपनी गलतियां नूं या अपनी कार्यशीलता दे उत्ते रिफ्लैक्शन करन दे योग होवे, राइट. एंड जिसदे अंदर तुसी जिहड़ी चैलेंजिंग अपॉर्चुनिटी है जिसनूं वो चैलेंजेस नूं एक्सेप्ट कर सकदा. सो हर जॉब दियां कुछ ना कुछ एक्सपैक्टेशनस होंदियां जो जनरली एडवर्टाइजमेंट विच पुट अप कीतियां होंदियां. सो व्हेन यू राइट योर CV यू नीड टू कीप दोज एक्सपैक्टेशनस जो तुहाडे CV दा पार्ट होणियां चाहिए, right. So that is what we need to keep in mind. So if we say the second point what they say is carefully choose your words. अपने शब्दां ਨੂੰ ਬੜੇ ਧਿਆਨ ਨਾਲ ਚੂਜ਼ ਕਰੋ, right. So generally ਜਿਹੜੇ ਤੁਹਾਡੇ ਸ਼ਬਦ ਹੈ ਜੋ ਤੁਸੀਂ CV ਵਿੱਚ ਲਿਖੇ ਆ ਉਹ ਇੰਨੇ ਵਧੀਆ ਹੋਣੇ ਚਾਹੀਦੇ ਆ, ਪ੍ਰਭਾਵਸ਼ਾਲੀ ਹੋਣੇ ਚਾਹੀਦੇ ਕਿ ਜਦੋਂ ਇੰਪਲੋਇਰ ਸਾਡੇ CV ਨੂੰ ਪੜ੍ਹੇ ਤਾਂ ਉਹ ਸਾਨੂੰ ਤਾਂ ਪ੍ਰਭਾਵਿਤ ਹੋਵੇ, right. So ਉਹਦੇ ਲਈ ਤੁਸੀਂ ਕੁਝ ਫਰੇਜ਼ਸ ਵੀ ਯੂਜ਼ ਕਰ ਸਕਦੇ ਹੋ, ਕੁਝ ਪਾਵਰਫੁਲ ਇੰਪੈਕਟ ਹੋਵੇ ਜਿਸ ਨਾਲ ਤੁਹਾਡੇ ਰਿਕਰੂਟਰ ਦੇ ਉੱਪਰ. ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ. See, these are few words that you can use. Experienced, focused. Now focused word ਆਪਣੇ ਆਪ ਵਿੱਚ ਦੱਸ ਦਿੰਦਾ the kind of work ਤੁਸੀਂ ਕਿਵੇਂ ਕਰੋਗੇ. Flexible ਹੋ ਤੁਸੀਂ, dedicated, committed, innovative, enthusiastic, committed, fairness, aspiring, reflective, trained. These are few words that we can write in our CV. ਇਸ ਤਰ੍ਹਾਂ ਦੇ ਹੋਰ ਕਾਫੀ ਐਡਜੈਕਟਿਵ ਵਰਡਸ ਹੋ ਸਕਦੇ ਹਨ ਜੋ ਸਾਡੀ ਜੌਬ ਦੀ ਪ੍ਰੋਫਾਈਲ ਦੇ ਨਾਲ ਮੈਚ ਕਰਦੇ ਹੋ. ਸੋ ਵੀ ਨੀਡ ਟੂ ਪੁੱਟ ਅਪ ਦੋਜ਼ ਵਰਡਸ. ਇਸ ਦੇ ਨਾਲ ਜਿਹੜਾ ਸਾਡਾ CV ਉਹ ਇੱਕ ਸਿੰਪਲ ਡਾਕੂਮੈਂਟ ਨਾ ਰਹਿ ਕੇ ਇੱਕ ਇੰਪੋਰਟੈਂਟ ਜਾਂ ਇੰਪ੍ਰੈਸਿਵ ਡਾਕੂਮੈਂਟ ਬਣੇਗਾ ਜਿਸ ਦੇ ਨਾਲ ਇੰਪਲੋਈ ਵਿਲ ਟੇਕ ਅਪ ਯੋਰ may call you for an interview, right. Next thing that you need to keep in mind is do not make your CV a very lengthier document, though it is a comprehensive kind of a document ਜਿਹਦੇ ਵਿੱਚ ਕਾਫੀ ਚੀਜ਼ਾਂ ਅਸੀਂ ਇੰਕਲੂਡ ਕਰਾਂਗੇ, ਕਾਫੀ ਡਿਟੇਲ ਵਿੱਚ ਆਪਣੀ ਡਿਸਕ੍ਰਿਪਸ਼ਨ ਦੇਵਾਂਗੇ, ਬਟ ਬਹੁਤ ਲੰਬਾ ਨਹੀਂ ਬਣਾ ਲਵਾਂਗੇ. Now when you see why, because generally what happens is ਕਿਸੇ ਇੱਕ ਜੌਬ ਲਈ 40-50 people apply ਕਰਦੇ ਨੇ, ਜੇ ਅਸੀਂ 10 pages ਦੇ ਆਪਣੇ CV ਲਿਖਤੇ ਹੈ, who has this much of time ਕਿ ਉਹ ਸਾਡੇ 10 pages ਦਾ CV ਰੀਡ ਕਰਨਗੇ, right. So it may happen कि they may even not read many. ਇਸ ਨਾਲ ਕੀ ਹੋ ਸਕਦਾ ਕਿ ਤੁਹਾਡੀ ਕੋਈ ਬਹੁਤ ਇੰਪੋਰਟੈਂਟ ਅਚੀਵਮੈਂਟ ਹੈ ਜਿਹੜੀ ਮਿਸ ਆਊਟ ਹੋ ਸਕਦੀ ਹੈ. ਸੋ ਤੁਸੀਂ ਕੋਸ਼ਿਸ਼ ਕਰਨੀ ਕਿ ਜਿਹੜਾ ਤੁਹਾਡਾ CV ਉਹ ਬਹੁਤ ਲੈਂਥੀ ਡਾਕੂਮੈਂਟ ਨਾ ਹੋਵੇ, ਡਾਕੂਮੈਂਟ ਤਾਂ ਛੋਟਾ ਹੀ ਹੋਵੇ, ਬਟ ਉਸਨੂੰ ਅਸੀਂ ਇਸ ਤਰ੍ਹਾਂ ਸੈਕਸ਼ਨਸ ਵਿੱਚ ਵੰਡਿਆ ਹੋਵੇ ਜਾਂ ਇਸ ਤਰ੍ਹਾਂ ਅਸੀਂ ਉਸਨੂੰ ਯੂਜ਼ ਕੀਤਾ ਹੋਵੇ ਜਿਸ ਦੇ ਨਾਲ ਕਿ ਜਿਹੜਾ ਸਾਡਾ ਇੰਪਲੋਇਰ ਉਹਨੂੰ ਸਾਡੇ ਬਾਰੇ ਇਨਫੋਰਮੇਸ਼ਨ ਵੀ ਮਿਲ ਜੇ ਅਤੇ ਡਾਕੂਮੈਂਟ ਬਹੁਤ ਵੱਡਾ ਵੀ ਨਾ ਬਣੇ. ਜਿਵੇਂ ਫॉर एग्जांपल we'll take up the example or template of a CV. See, this is an example of two CVs which have been written in two different formats. Now this is for an elementary teacher. The teacher must have applied for an elementary post. The second CV is for a teacher assistant, right. Now see, apna naam, this both the name comes here. The person can write his name in both. It has been here. Now second section तो देखो differences हो गए. This carries the contact information. So basic information है जो किसी individual दी वो इन्होंने इतने present की थी. Then the resume objectives come here, right. So your objectives come here. ਜਿਹੜਾ vision statement है या किसी भी इंसान का उद्देश्य है, what the person wants to do उन्हें इतने put up किया है. The contact information comes here. So इन्नी छोटी जगह दे just by dividing the page into two different sections, both the things have been presented, right. Then the professional experience comes here. जिन्ना भी उन्होंने कोई previous जो job की थी उन्होंने इतने put up किया है.
the education comes here, right? So जिन्नी भी थोड़ी qualifications हैं, they have been put up here. Then the key skills have been shared. The certificate, what the person has achieved, again those certificates are here. So this is what is a kind of a eco page de which all 1 2 3 4 5 6 aspects of the person has been taken up, and mostly job ਦੇ ਲਈ ਜੋ ਵੀ requirement for a teacher ਹੋ ਸਕਦੀ ਹੈ ਉਹ ਸਾਰੀ ਚੀਜ਼ਾਂ ਇੱਥੇ described ਹੈ. Similarly second format ਦੇ ਵਿੱਚ ਉਹਨਾਂ ਨੇ ਆਪਣੀ education ਨੂੰ ਨੀਚੇ ਲਿਖਣ ਦੀ ਬਜਾਏ it has been written in the first section along with the contact profile, and the education comes in one section. The key skills and the professional qualifications come in the second section. At the same time, the awards won by the teacher are also mentioned, and the certificates, any kind of a special certificate course which the teacher must have done is also mentioned. So ਜੇ ਤੁਸੀਂ ਦੇਖੋਗੇ ਤਾਂ ਸਿਰਫ ਇੱਕੋ ਪੇਜ ਦਾ CV ਹੈ, ਬਟ ਉਸ ਇੱਕ ਪੇਜ ਦੇ ਵਿੱਚ ਜਿਹੜਾ ਇੰਪਲੋਇਰ ਹੈ ਉਹਨੂੰ ਕੈਂਡੀਡੇਟ ਬਾਰੇ ਕੰਪਲੀਟ ਡਿਸਕ੍ਰਿਪਸ਼ਨ ਮਿਲ ਜਾਂਦੀ ਹੈ. ਸੋ ਦਿਸ ਇਜ਼ ਵਾਟ ਵੀ ਨੀਡ ਟੂ keep in mind when we put up CV, that it has to be a small document, बहुत lengthier ना होवे, पर उस small document ਦੇ ਵਿੱਚ ਹੀ ਸਾਡੀ information ਸਾਰੀ ਜ਼ਰੂਰ put up ਹੋਵੇ. So you can divide your page into different sections, and ਉਹਨਾਂ sections ਦੇ ਵਿੱਚ ਅਸੀਂ information ਨੂੰ put up ਕਰ ਸਕਦੇ ਹਾਂ. Internet ਦੇ ਉੱਤੇ you get a number of templates that you can see according to your requirement, and you can use that template for writing your CV. Right? So these were a few points that we need to keep in mind when we present a CV, that your CV should even stand out amongst the different applications that have come up for the post. Now when the last aspect that comes under CV writing is the covering letter. Now what is the covering letter? Generally covering letter is an introductory message which accompanies the CV. So whenever we present a CV, we put up a letter along with it. एक चिट्ठी ज़रूर ਅਸੀਂ ਉਸ ਦੇ ਨਾਲ ਲਿਖਦੇ ਜਿਹਨੂੰ ਆਪਾਂ covering letter ਕਹਿੰਦੇ ਆ. Covering letter is not a jacket of the CV. ਉਹਨੇ CV ਨੂੰ cover ਨਹੀਂ ਕਰਨਾ, but it is a kind of a first impression ਹੈ ਜੋ ਤੁਹਾਡਾ employee ਦੇ ਉੱਪਰ ਤੁਹਾਡੀ covering letter ਦੇ ਨਾਲ ਪੈਂਦਾ ਹੈ, ਜਿਸ ਦੇ ਨਾਲ you actually try to persuade, ਇੱਕ request ਕਰਦੇ ਹੋ ਆਪਣੇ employer ਨੂੰ that the employer should read your CV. Again there are different ways of writing a covering letter, but this has been taken up from standoutcv.com website, which says that the covering letter can be divided into 7 sections. The first section which talks about, see, the subject comes here. Subject means visha, letter na, why you are writing that letter comes here. The second is your CV attachment जो तुसी नाल कीती है. This has been given in the form of email. इस reasons नाल email दे विच presented है. If you are writing it in the letter form, then attachment will come in the end after your signatures, right? Subject will come at this position only, but जिवी attachment हो फिर ਅਸੀਂ नीचे लिखते हैं. Then third is the employee, ਜਿਹਨੂੰ ਤੁਸੀਂ ਭੇਜਿਆ, ਜਿਵੇਂ dear sir, yeah, even you can even write the name, first name of the employee. This is also very professional. Then hope you are well. See, this is we don't, because this is an official letter, we will not write a very detailed kind of salutation here, but still it has to be a bit something which is written in a friendly tone. So you can always put up a small line ਜਿੰਨਾ ਆਪਾਂ ਪੁੱਛ ਸਕਦੇ ਕਿ hope ਤੁਸੀਂ ਠੀਕ ਹੋ. Then the fifth part which carries the body of the letter, ਜਿਹਦੇ ਵਿੱਚ ਤੁਸੀਂ detail ਦੇ ਵਿੱਚ ਲਿਖੋਗੇ ਕਿ why you are submitting your CV, ਜਿਵੇਂ ਤੁਸੀਂ ਇਸ job ਲਈ apply ਕਰਨਾ ਚਾਹੁੰਦੇ ਹੋ, currently ਤੁਸੀਂ ਕੀ ਕਰ ਰਹੇ ਹੋ, ਤੁਸੀਂ ਉਹ ਵੀ ਲਿਖ ਸਕਦੇ ਹੋ. And then see in this portion where the employee ਜਾਂ candidate put up ਕਰਦੇ ਕਿ ਜੇ ਤੁਸੀਂ ਮੈਨੂੰ ਆਪਣੀ job ਇਹ ਦੇ ਦਿੰਦੇ ਹੋ ਤਾਂ ਤੁਹਾਨੂੰ ਕੀ benefits ਹੋਣਗੇ, ਮੈਂ ਆਪਣਾ ਕੰਮ ਕਿਸ ਤਰ੍ਹਾਂ ਦਾ ਕਰੂੰਗਾ, ਮੈਂ ਕੀ offer ਕਰੂੰਗਾ as a candidate to you, so that the candidate writes here. And last you put up your signatures, and you end your letter, and your signatures you can put up your email also and your phone number also, so that the employer can contact you on this number, right? So hope I hope the very format of writing a CV is clear to you, and you will be able to write a very effective CV for your job. And enjoy writing your CV, and thank you for listening to me. We'll take up a very interesting topic regarding our professional writing in our next presentation.